ਚੈਪਟਰ ਰੀਡ ਕਰ ਰਹੀ ਹਾਂ, ਤੁਸੀਂ ਸੁਣਨਾ ਸਾਰੇ ਧਿਆਨ ਨਾਲ। ਉਸਦਾ ਅਸਲ ਨਾਂ ਕੁਝ ਹੋਰ ਸੀ, ਪਰ ਸਾਰੇ ਉਸਨੂੰ ਮਿਸ ਸੌਫਟ ਹੀ ਕਹਿੰਦੇ ਸਨ। ਪਿਛਲੇ ਸਾਲ ਜਾਂ ਸ਼ਾਇਦ ਉਸ ਤੋਂ ਵੀ ਪਿਛਲੇ ਸਾਲ ਉਹ ਪਬਲਿਕ ਹੈਲਥ ਦਾ ਕੋਰਸ ਕਰਨ ਅਮਰੀਕਾ ਗਈ ਸੀ ਅਤੇ ਉੱਥੇ ਇੱਕ ਵਾਰੀ ਗੱਲਾਂ ਵਿੱਚ ਉਹ ਆਪਣੇ ਗੋਤ ਦਾ ਅੰਗਰੇਜ਼ੀ ਅਨੁਵਾਦ ਦੱਸ ਬੈਠੀ ਸੀ, ਜਿਸ ਤੋਂ ਉਸਨੂੰ ਸਾਰੇ ਮਿਸ ਸੌਫਟ ਕਹਿਣ ਲੱਗ ਪਏ। ਸੌਫਟ ਕਿਹੜੇ ਪੰਜਾਬੀ ਗੋਤ ਦਾ ਅਨੁਵਾਦ ਸੀ, ਮੈਨੂੰ ਚੇਤਾ ਨਹੀਂ ਆ ਰਿਹਾ। ਪਤਾ ਨਹੀਂ ਸੋਵਤੀ ਸੀ ਜਾਂ ਸੋਹਲ ਜਾਂ ਕੁਝ ਹੋਰ। ਉਸ ਇੱਕ ਵਾਰ ਦੱਸਿਆ ਤਾਂ ਸੀ। ਚਲੋ ਨਾਂ ਤੋਂ ਆਪਾਂ ਨੇ ਕੀ ਲੈਣਾ ਹੈ, ਨਾਂ ਵਿੱਚ ਕੀ ਪਿਆ ਹੈ। ਨਾਂ ਵਿੱਚ ਕਿਉਂ ਕੁਝ ਨਹੀਂ ਹੁੰਦਾ। ਜੇ ਉਸਦਾ ਨਾਂ ਸਟੋਨ ਜਾਂ ਸਟੀਲ ਹੁੰਦਾ ਤਾਂ ਉਹ ਸੌਫਟ ਕਿਵੇਂ ਰਹਿ ਸਕਦੀ ਸੀ। ਕਿੰਨੀ ਸੌਫਟ ਸੀ ਉਹ ਤੇ ਕਿੰਨੀ ਸੋਹਣੀ। ਮਿਸ ਸੌਫਟ ਦਾ ਨਾਂ ਕੁਝ ਹੋਰ ਨਹੀਂ ਸੀ ਹੋ ਸਕਦਾ। ਜੇ ਹੁੰਦਾ ਤਾਂ ਉਹ ਨਾ ਹੀ ਇੰਨੀ ਸਲੀਕੇ ਵਾਲੀ ਹੁੰਦੀ ਤੇ ਨਾ ਹੀ ਉਸ ਦੇ ਕਮਰੇ ਵਿੱਚ ਚੀਜ਼ਾਂ ਦੀ ਤਰਤੀਬ ਇੰਨੀ ਸੋਹਣੀ। ਬਾਹਰਲੇ ਦੇਸ਼ ਤੋਂ ਲਿਆਂਦੀ ਸਲੀਵ ਉਸਨੇ ਅੰਗੀਠੀ ਤੋਂ 1 ਫੁੱਟ ਦੀ ਥਾਂ 1.5 ਫੁੱਟ ਤੇ ਲਟਕਾਈ ਹੁੰਦੀ। ਸਲੀਵ ਨੂੰ ਲਟਕਾਉਣ ਵਾਲੀ ਮੇਖ ਕਿਹੜਾ ਸਰਕਾਰ ਨੇ ਲਗਵਾ ਕੇ ਦਿੱਤੀ ਸੀ। ਮੇਖ ਗੱਡਣ ਸਮੇਂ ਉਸਦੀ ਨਜ਼ਰ ਝੁਕ ਜਾਂਦੀ ਤਾਂ ਸਹਿਜੇ ਹੀ 1 ਫੁੱਟ ਤੋਂ ਸੂਤ ਭਰ ਸੱਜੇ ਖੱਬੇ ਹੋ ਸਕਦੀ ਸੀ ਤੇ ਇੰਨੇ ਨਾਲ ਹੀ ਉਸ ਦਾ ਨਾਮ ਮਿਸ ਸੌਫਟ ਨਹੀਂ ਸੀ ਰਹਿਣਾ। ਮੇਖ ਤੇ ਸਲੀਵ ਦੀ ਗੱਲ ਨੂੰ ਛੱਡ ਵੀ ਦਈਏ, ਉਸਦੇ ਕਮਰੇ ਵਿੱਚ ਪਈਆਂ ਮੇਖ ਤੇ ਸਲੀਵ ਨੂੰ ਛੱਡ ਵੀ ਦਈਏ ਤਾਂ ਉਸਦੇ ਕਮਰੇ ਵਿੱਚ ਪਈਆਂ ਚੀਜ਼ਾਂ ਦੀ ਤਰਤੀਬ ਵਿੱਚ ਕੋਈ ਹੋਰ ਹੀ ਵਿਘਨ ਪੈ ਸਕਦਾ ਸੀ। ਵਾਟ 59 ਦੀ ਬੋਤਲ ਵਿੱਚ ਮਨੀ ਪਲਾਂਟ ਉੱਗਣ ਦੀ ਥਾਂ ਲੈਂਪ ਸ਼ੇਡ ਠੁੱਕ ਸਕਦਾ ਸੀ। ਲਿਪਸਟਿਕ ਦੀਆਂ ਸ਼ੀਸ਼ੀਆਂ ਡਰੈਸਿੰਗ ਟੇਬਲ ਦੇ ਤਿਕੋਣੇ ਸ਼ੀਸ਼ੇ ਉੱਤੇ ਸੱਜੇ ਦੀ ਥਾਂ ਖੱਬੇ ਕੋਨੇ ਉੱਤੇ ਹੋ ਸਕਦੀਆਂ ਸਨ। ਮਿੰਨੀ ਫਰਿੱਜ ਚਾਰਪਾਈ ਦੀ ਥਾਂ ਹੋ ਸਕਦਾ ਸੀ ਤੇ ਚਾਰਪਾਈ ਫਰਿੱਜ ਦੀ ਥਾਂ। ਹੋਰ ਤਾਂ ਹੋਰ ਲੱਕੜੀ ਦਾ ਨਿੱਕਾ ਜਿਹਾ ਕੁੱਤਾ ਜਿਹੜਾ ਕਿਤਾਬਾਂ ਦੇ ਰੈਕ ਕੋਲ ਮੂੰਹ ਵਿੱਚ ਸੱਜਰੀ ਡਾਕ ਲਈ ਚੁੱਪਚਾਪ ਖੜਾ ਹੈ, ਡਰੈਸਿੰਗ ਟੇਬਲ ਉੱਤੇ ਚੜ੍ਹ ਸਕਦਾ ਸੀ। ਉੱਥੋਂ ਉਸ ਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਤਾਂ ਰੁੱਸਿਆ ਹੋਇਆ ਡਾਕੀਆ ਲੱਗਣਾ ਸੀ ਤੇ ਉਰਲੇ ਪਾਸੇ ਹੁੰਦਾ ਤਾਂ ਭੌਂਕਣ ਵਾਲਾ ਗਲੀ ਦਾ ਕੁੱਤਾ। ਉਸ ਦੇ ਸਿਰ ਦੇ ਵਾਲ ਮੋਢਿਆਂ ਤੱਕ ਕੱਟੇ ਹੋਏ ਹੋਣ ਦੀ ਥਾਂ ਮੁੰਡਿਆਂ ਦੇ ਛੱਤਿਆਂ ਵਾਂਗ ਹੁੰਦੇ, ਸਾੜੀ ਦੀ ਥਾਂ ਪੈਂਟ ਪਹਿਨੀ ਹੁੰਦੀ ਤੇ ਪੈਰਾਂ ਵਿੱਚ ਬੰਦ ਗੁਰਗਾਬੀ ਦੀ ਥਾਂ ਚੱਪਲੀ। ਇੱਥੋਂ ਤੱਕ ਕਿ ਉਸ ਦੇ ਉੱਪਰਲੇ ਬੁੱਲ੍ਹ ਉੱਤੇ ਜਿਹੜੇ ਕੋਲ 2 ਤਿਲ ਸਨ, ਉਹ 3 ਵੀ ਹੋ ਸਕਦੇ ਸਨ ਤੇ 1 ਵੀ ਰਹਿ ਸਕਦਾ ਸੀ। ਹੋਰ ਤਾਂ ਹੋਰ ਜੇ ਉਸ ਦਾ ਨਾਂ ਇਹ ਨਾ ਹੁੰਦਾ ਤਾਂ ਉਹ ਸਾਡੇ ਨੇਵੀ ਦੇ ਹਸਪਤਾਲ ਵਿੱਚ ਡਾਇਟੀਸ਼ੀਅਨ ਬਣਨ ਦੀ ਥਾਂ ਯੂਰਪ ਵਿੱਚ ਜੰਮ ਕੇ ਹਿੱਪਣ ਬਣ ਕੇ ਸਾਡੇ ਦੇਸ਼ ਵਿੱਚ ਜਿਸਮ ਢਿੱਲਾ ਛੱਡ ਕੇ ਬਾਵਰੀਆਂ ਵਾਲੇ ਗੋਰੇ ਨਾਲ ਖੜੱਪ ਪੈਰ ਧਰਦੀ ਤੁਰੀ ਫਿਰਦੀ। ਉਸਦਾ ਕੁਝ ਵੀ ਵਿਗੜ ਸਕਦਾ ਸੀ। ਉਹ ਕੰਨਿਆ ਕੁਆਰੀ ਰਹਿਣ ਦੀ ਥਾਂ ਸ਼ਾਦੀशुदा ਹੋ ਸਕਦੀ ਸੀ। ਉਹ ਮਿਸ ਸੌਫਟ ਤੋਂ ਮਿਸਿਜ਼ ਸਟੋਨ ਹੋ ਸਕਦੀ ਸੀ। ਸੌਫਟ ਨਾਂ ਨੇ ਜਿਵੇਂ ਉਸਨੂੰ ਹਰ ਤਰ੍ਹਾਂ ਦੀ ਕੁਰੂਪਤਾ ਤੋਂ ਰੋਕੀ ਰੱਖਿਆ ਸੀ। ਪਹਿਲੇ ਹੀ ਦਿਨ ਮਿਸ ਸੌਫਟ ਕੋਲਾਬਾ ਦੀ ਸਮੁੰਦਰ ਕੰਢੇ ਬਣੀ ਇਸ ਬਹੁਮੰਜ਼ਲੀ ਇਮਾਰਤ ਵਿੱਚ ਆਪਣਾ ਕਮਰਾ ਵੇਖਣ ਆਈ ਸੀ ਤਾਂ ਅੱਧੀ ਤੋਂ ਵੱਧ ਵਸੋਂ ਦੀਆਂ ਨਜ਼ਰਾਂ ਉਧਰ ਹੀ ਲੱਗ ਗਈਆਂ ਸਨ। ਗੋਲ ਮੋਲ ਕੱਛੂ ਵਰਗੀ ਫੋਕਸਵੈਗਨ ਗੱਡੀ ਵਿੱਚੋਂ
पैरां तक सैनिक वर्दी पहनी मिस सॉफ्ट बड़े सहज नाल उतरी सी। नवीं वसों विच दाखल होण वाली ना ही उसनूं कोई उत्सुकता सी ते ना ही अचंभा। ड्राइवर अगे अगे मिस सॉफ्ट पिछे पिछे। 10 मिनटां विच ओह लिफ्ट राही चढ़ के कमरा वेख के लिफ्ट राही उतर के उसे मिनी कार विच आके बैठ वापस चली गई। रुकदी भी क्यों, ਉਹ ਤਾਂ ਥਾਂ ਵੇਖਣ ਆਈ ਸੀ। ਕਮਰਾ ਤਾਂ ਉਸਨੇ ਆਪਣੇ ਢੰਗ ਨਾਲ ਹੀ ਸਜਾ ਲੈਣਾ ਸੀ। ਕਿਹੋ ਜਿਹਾ ਵੀ ਹੁੰਦਾ, ਉਂਝ ਵੀ ਕਮਰੇ ਦੇ ਬਾਦਰੇ ਵਿੱਚੋਂ ਸਮੁੰਦਰ ਦਾ ਨਜ਼ਾਰਾ ਆਮ ਵਿਖਾਈ ਦਿੰਦਾ ਸੀ। ਜਹਾਜ਼ਾਂ ਦੇ ਝੰਡੇ ਵੀ। ਪੇਸ਼ੇ ਵਜੋਂ ਮਿਸ ਸੌਫਟ ਅੱਧੀ ਡਾਕਟਰ ਸੀ। ਡਾਕਟਰ ਮਰੀਜ਼ ਨੂੰ ਤੱਕਦੇ ਅਤੇ ਉਸਦੀ ਖੁਰਾਕ ਦਾ ਅੰਦਾਜ਼ਾ ਲਗਾਉਣ ਲਈ ਡਾਇਟੀਸ਼ੀਅਨ ਮਿਸ ਨੂੰ ਸੌਂਪ ਦਿੰਦੇ। ਹਿਸਾਬ ਲਾ ਕੇ ਉਸਨੂੰ ਸਮਝਾਉਣਾ ਹੁੰਦਾ, ਕੇਲੇ ਵਿੱਚ ਕਿੰਨੀਆਂ ਕੈਲੋਰੀਆਂ ਹਨ ਤੇ ਅੰਬ ਜਾਂ ਅੰਗੂਰ ਵਿੱਚ ਕਿੰਨੀਆਂ। ਕਿਹੜਾ ਫਲ ਕਿਹੜੀ ਮਰਜ਼ ਲਈ ਲਾਭਦਾਇਕ ਹੈ ਤੇ ਕਿਹੜੀ ਲਈ ਹਾਨੀਕਾਰਕ। ਪਤਲੇ ਤੋਂ ਮੋਟੇ ਕਿਵੇਂ ਹੋਈਏ ਤੇ ਮੋਟੇ ਤੋਂ ਪਤਲੇ ਕਿਵੇਂ। ਉਸਨੂੰ ਇਹ ਵੀ ਪਤਾ ਸੀ ਕਿਹੜੀ ਖੁਰਾਕ ਜਿਸਮ ਦੇ ਕਿਹੜੇ ਹਿੱਸੇ ਉੱਤੇ ਕਿਹੋ ਜਿਹਾ ਅਸਰ ਕਰਦੀ ਹੈ। ਉਸਨੇ ਆਪਣਾ ਜਿਸਮ ਇਹਨਾਂ ਖੁਰਾਕਾਂ ਅਨੁਸਾਰ ਸਿਧਾਇਆ ਹੋਇਆ ਸੀ। ਸਵੇਰੇ ਸ਼ਾਮ ਜਦੋਂ ਉਸ ਦੇ ਜਾਣ ਆਉਣ ਦਾ ਵੇਲਾ ਹੁੰਦਾ ਤਾਂ ਮੇਰੀ ਘਰਵਾਲੀ ਉਸਨੂੰ ਵੇਖਣ ਲਈ ਬਾਹਰ ਬਰਾਂਡੇ ਵਿੱਚ ਖੜੀ ਹੋ ਜਾਂਦੀ। ਉਸਨੂੰ ਉਸਦੀ ਵਰਦੀ ਤੇ ਨਿਰਲੇਪ ਸ਼ਖਸੀਅਤ ਬੜੀ ਪ੍ਰਭਾਵਿਤ ਕਰਦੀ। ਛੁੱਟੀ ਵੇਲੇ ਜਦੋਂ ਕਦੀ ਵੀ ਮੇਰੀ ਘਰਵਾਲੀ ਉਸਨੂੰ ਕਾਰ ਵਿੱਚ ਉਤਰਦੀ ਨੂੰ ਤੱਕ ਲੈਂਦੀ ਤਾਂ ਪੌੜੀਆਂ ਦੇ ਕੋਲ ਜਾ ਖੜੀ ਹੁੰਦੀ। ਪੌੜੀਆਂ ਕੋਲ ਜਾ ਖੜੀ ਹੁੰਦੀ। ਅਸੀਂ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਾਂ ਤੇ ਉਹ ਤੀਜੀ ਉੱਤੇ। ਸ਼ਾਮ ਵੇਲੇ ਉਹ ਅਕਸਰ ਲਿਫਟ ਦੀ ਵਰਤੋਂ ਨਹੀਂ ਸੀ ਕਰਦੀ, ਸ਼ਾਇਦ ਸਿਹਤ ਚੰਗੀ ਰੱਖਣ ਲਈ। ਮੇਰੀ ਘਰਵਾਲੀ ਕੋਲੋਂ ਲੰਘਦੀ ਉਹ ਥੋੜਾ ਜਿਹਾ ਮੁਸਕਰਾ ਦਿੰਦੀ ਤੇ ਇੰਨੇ ਵਿੱਚ ਘਰਵਾਲੀ ਦਾ ਜੀਵਨ ਸਫਲਾ ਹੋ ਜਾਂਦਾ। ਇੰਨੀ ਕੁ ਮੁਸਕਰਾਹਟ ਮੈਂ ਉਸਦੇ ਚਿਹਰੇ ਉੱਤੇ ਸਦਾ ਹੀ ਤੱਕੀ ਸੀ। ਪਤਾ ਨਹੀਂ ਉਸਨੇ ਕਿੰਨੇ ਲੋਕਾਂ ਦਾ ਜੀਵਨ ਸਫਲਾ ਕੀਤਾ ਸੀ। ਜੇ ਹੋਰ ਪੁੱਛਦੇ ਹੋ ਤਾਂ ਉਹ ਇਸ ਤੋਂ ਵੱਧ ਮੁਸਕਰਾਂਦੀ ਵੀ ਨਹੀਂ ਸੀ। ਸਾਡੀ ਬੈਰਕ ਵਿੱਚ ਰਹਿਣ ਵਾਲੇ ਇੱਕ ਇੰਜੀਨੀਅਰ ਦੀ ਬਹੁਤ ਮੋਟੀ ਪਤਨੀ ਇੱਕ ਵਾਰੀ ਬਰਸਾਤੀ ਚੂਹੇ ਨੂੰ ਤੱਕ ਕੇ ਡਿੱਗ ਪਈ। ਸਾਰੀ ਵਸੋਂ ਦਾ ਹਾਸਾ ਨਿਕਲ ਗਿਆ, ਪਰ ਮਿਸ ਸੌਫਟ ਕੋਲੋਂ ਦੀ ਮੁਸਕਰਾ ਕੇ ਲੰਘ ਗਈ ਸੀ। ਜਿੰਨਾ ਕੁ ਮੁਸਕਰਾ ਕੇ ਉਹ ਪਹਿਲੀ ਮੰਜ਼ਿਲ ਤੇ ਪੌੜੀਆਂ ਕੋਲੋਂ ਖਲੋਤੀ ਮੇਰੀ ਘਰਵਾਲੀ ਕੋਲੋਂ ਲੰਘਣਾ ਸੀ। ਮਿਸ ਨਾਲ ਦੋਸਤੀ ਪਾਉਣ ਦਾ ਚਾਹਵਾਨ ਮੇਰਾ ਇੱਕ ਮਿੱਤਰ ਦਫ਼ਤਰ ਦੀ ਵਾਕਫੀ ਕੱਢ ਕੇ ਇੱਕ ਦਿਨ ਉਸਨੂੰ ਮਿਲਣ ਗਿਆ। ਮੈਂ ਤੇ ਮੇਰੀ ਘਰਵਾਲੀ ਹਾਲੀ ਇਹ ਅਨੁਮਾਨ ਹੀ ਲਾ ਰਹੇ ਸਾਂ ਕਿ ਮੇਰੇ ਮਿੱਤਰ ਨੇ ਇੰਜ ਨਮਸਕਾਰ ਕੀਤੀ ਹੋਵੇਗੀ ਤੇ ਉਸਨੇ ਇੰਜ ਮੁਸਕਰਾ ਕੇ ਉੱਤਰ ਦਿੱਤਾ ਹੋਵੇਗਾ ਕਿ ਉਹ ਵਾਪਸ ਵੀ ਆ ਗਿਆ। ਉਹ ਉਸਨੂੰ ਮੁਸਕਰਾ ਕੇ ਮਿਲੀ। ਖੜਿਆਂ ਹੀ ਉਸਨੇ ਕੇਵਲ ਇੰਨਾ ਹੀ ਪੁੱਛਿਆ ਸੀ ਕਿ ਮੇਰਾ ਮਿੱਤਰ ਕਿੱਥੇ ਕੰਮ ਕਰਦਾ ਸੀ ਤੇ ਕਿੱਥੇ ਰਹਿੰਦਾ ਸੀ, ਤੇ ਉਸੇ ਤਰ੍ਹਾਂ ਵਿਦਾ ਕਰ ਦਿੱਤਾ ਸੀ। ਉਸਨੇ ਸ਼ਾਇਦ ਉਸਨੂੰ ਬੈਠਣ ਲਈ ਕਿਹਾ ਸੀ, ਪਰ ਮੇਰੇ ਮਿੱਤਰ ਦੇ ਕਮਰੇ ਦੇ ਮੁਕਾਬਲੇ ਤੇ ਉਸਦਾ ਕਮਰਾ ਇੰਨੀ ਤਰਤੀਬ ਨਾਲ ਸੰਭਾਲਿਆ ਹੋਇਆ ਸੀ ਕਿ ਉਸਨੂੰ ਸਮਝ ਨਹੀਂ ਸੀ ਪਈ ਕਿ ਉਹ ਕਿੱਥੇ ਬੈਠੇ। ਜਿਵੇਂ ਸਾਰੇ ਦੇ ਸਾਰੇ ਮੂਹਰੇ ਪੀੜ੍ਹੀਆਂ ਬੈਠਣ ਲਈ ਨਹੀਂ, ਸਜਾਵਟ ਲਈ ਸਨ। ਮੇਰੇ ਮਿੱਤਰ ਦੇ ਕਹਿਣ ਅਨੁਸਾਰ ਜੇ ਮਿਸ ਸੌਫਟ ਨੂੰ ਕੋਈ ਮੁਹੱਬਤ ਵੀ ਕਰਨੀ ਚਾਹੁੰਦਾ ਤਾਂ ਉਸਦਾ ਵੀ ਸ਼ਾਇਦ ਨੀਅਤ ਸਲੀਕਾ ਸੀ ਤੇ ਖਾਸ ਤਰਤੀਬ।
ਮਿਸ ਸੌਫਟ ਨੂੰ ਪਤਾ ਸੀ ਕਿ ਕਿਸ ਨੂੰ ਕਿੰਨੀ ਵਿੱਥ ਉੱਤੇ ਰੱਖਣਾ ਹੈ ਤੇ ਸ਼ਾਇਦ ਇਹੀਓ ਕਾਰਨ ਸੀ ਕਿ ਉਸ ਨੇ ਨਾ ਚਾਹੁੰਦੇ ਹੋਇਆਂ ਵੀ ਆਪਣੇ ਤੇ ਲੋਕਾਂ ਵਿਚਕਾਰ ਵਿੱਥ ਪਾ ਛੱਡੀ ਸੀ, ਜਿਸ ਦਾ ਫਲਸਰੂਪ ਉਹ ਅਟੰਕ ਤੇ ਨਿਰਲੇਪ ਜੀਵਨ ਜਿਉ ਰਹੀ ਸੀ। ਚੰਗੀ ਵਿੱਦਿਆ ਤੇ ਚੰਗੀ ਨੌਕਰੀ ਦੇ ਹੁੰਦਿਆਂ ਸੁਣਦਿਆਂ 30 ਵਰ੍ਹੇ ਦੀ ਉਮਰ ਤੱਕ ਕੁਆਰੀ ਰਹਿਣ ਦਾ ਹੋਰ ਕੋਈ ਕਾਰਨ ਹੀ ਨਹੀਂ ਸੀ ਦਿਸਦਾ। ਇੰਜ ਵੀ ਨਹੀਂ ਸੀ ਕਿ ਉਹ ਉਸਦੀ ਵਾਕਫੀ ਹੀ ਨਹੀਂ ਸੀ। ਨਵੇਂ ਵਿਆਹੇ ਜਾਂ ਇੱਕ ਦੋ ਛੋਟੇ ਬਾਲਾਂ ਵਾਲੇ ਜੋੜੇ ਉਸ ਕੋਲ ਆਉਂਦੇ ਰਹਿੰਦੇ। ਕੋਈ ਉਸਦਾ ਜਮਾਤੀ ਆਪਣੀ ਪਤਨੀ ਨੂੰ ਨਾਲ ਲੈ ਕੇ ਮਿਲਣ ਆ ਜਾਂਦਾ ਤੇ ਕੋਈ ਉਸਦੀ ਸਹੇਲੀ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਆ ਜਾਂਦੀ। ਕਦੀ ਕਦਾਈ ਕੋਈ ਵਿਦੇਸ਼ੀ ਜੋੜਾ ਵੀ ਆਉਂਦਾ, ਉਹ ਸ਼ਾਇਦ ਉਸਦਾ ਅਮਰੀਕਾ ਦਾ ਵਾਕਫ ਸੀ ਤੇ ਜਾਂ ਫਿਰ ਉਸੇ ਹਸਪਤਾਲ ਵਿੱਚ ਕੰਮ ਕਰਨ ਵਾਲਾ ਇੱਕ ਕੰਵਾਰਾ ਡਾਕਟਰ ਚੱਕਰ ਲਾ ਜਾਂਦਾ। ਉਸਦੇ ਨਾਲ ਵੀ ਸਦਾ ਕੋਈ ਨਾ ਕੋਈ ਹੋਰ ਦੋਸਤ ਹੁੰਦਾ। ਅਮਰੀਕਾ ਵਿੱਚ ਇਮਤਿਹਾਨ ਦੇ ਦਿਨਾਂ ਵਿੱਚ ਉਹ ਕਿਸੇ ਮੁੰਡੇ ਨਾਲ ਰਲ ਕੇ ਪੜ੍ਹਦੀ ਹੁੰਦੀ ਸੀ ਤਾਂ ਉਸ ਦੀ ਪ੍ਰੋਫੈਸਰ ਨੇ ਇੱਕ ਦਿਨ ਪੁੱਛ ਲਿਆ ਸੀ ਕਿ ਉਹ ਵਿਆਹ ਕਦੋਂ ਕਰਵਾ ਰਹੇ ਸਨ। ਜੇ ਉੱਥੇ ਕਿਸੇ ਨਾਲ 10 ਦਿਨ ਇਕੱਠੇ ਪੜ੍ਹਨ ਤੋਂ ਲੋਕ ਇਹ ਸੋਚ ਸਕਦੇ ਸਨ ਤਾਂ ਭਾਰਤੀ ਸੱਭਿਆ ਅਨੁਸਾਰ ਤਾਂ ਕੋਈ ਵੀ ਗੱਲ ਬਣ ਸਕਦੀ ਸੀ। ਮਿਸ ਨੇ ਕਿਸੇ ਨਾਲ ਨਾ ਭਿੱਜਣ ਦਾ ਫੈਸਲਾ ਹੀ ਕਰ ਲਿਆ ਸੀ, ਇੱਥੋਂ ਤੱਕ ਕਿ ਉਹ ਕਿਸੇ ਨੂੰ ਇਕੱਲਿਆਂ ਘਰ ਆਉਣ ਲਈ ਨਹੀਂ ਸੀ ਕਹਿੰਦੀ। ਉਹਨਾਂ ਦਿਨਾਂ ਵਿੱਚ ਹੀ ਸਾਡੀ ਉਸ ਨਾਲ ਇੱਕ ਸਾਂਝ ਪੈਦਾ ਹੋ ਗਈ। ਸਾਡੀ ਆਇਆ ਨੇ ਆਪਣਾ ਭਣੇਵਾ ਉਹਦੇ ਕੋਲ ਨੌਕਰ ਰਖਵਾ ਦਿੱਤਾ। ਉਹ ਮੁੰਡਾ ਸਾਡੀ ਆਇਆ ਦੇ ਕੋਲ ਹੀ ਰਹਿੰਦਾ ਸੀ। ਮਿਸ ਸੌਫਟ ਨੂੰ ਕੌਣ ਮਿਲਣ ਆਇਆ ਸੀ ਤੇ ਕੀ ਦੇ ਕੇ ਗਿਆ ਸੀ ਜਾਂ ਉਸ ਨੇ ਆਪਣੇ ਘਰ ਵਿੱਚ ਕੀ ਤਬਦੀਲੀ ਕੀਤੀ ਸੀ, ਇੱਥੋਂ ਤੱਕ ਕਿ ਉਸ ਨੇ ਕਿੰਨੇ ਬਰਤਨ ਕਦੋਂ ਨਵੇਂ ਲਏ ਸਨ ਤੇ ਕਿਹੜੇ ਦਿਨ ਕਿਹੜਾ ਰਿਕਾਰਡ ਆਪਣੇ ਰਿਕਾਰਡ ਪਲੇਅਰ ਲਈ ਖਰੀਦਿਆ ਤੇ ਵਜਾ ਕੇ ਦੇਖਿਆ, ਸਾਨੂੰ ਹਰ ਪ੍ਰਕਾਰ ਦੀ ਖਬਰ ਉਸਦੇ ਨੌਕਰ ਤੋਂ ਆਪਣੀ ਆਇਆ ਰਾਹੀਂ ਮਿਲਦੀ। ਹੌਲੀ ਹੌਲੀ ਸਾਡੇ ਬੱਚੇ ਵੀ ਉਸਦੇ ਘਰ ਜਾਣ ਲੱਗ ਪਏ। ਇੱਕ ਦਿਨ ਬੱਚਿਆਂ ਦੀ ਭਾਲ ਵਿੱਚ ਨਿਕਲੀ ਮੇਰੀ ਘਰਵਾਲੀ ਉਸਦੇ ਕਮਰੇ ਵਿੱਚ ਜਾ ਵੜੀ। ਉਹ ਆਪਣੀ ਸੁਭਾਵਿਕ ਮੁਸਕਰਾਹਟ ਨਾਲ ਖੁਸ਼ ਹੋ ਕੇ ਮਿਲੀ ਤੇ ਉਸ ਨੇ ਮੇਰੀ ਘਰਵਾਲੀ ਦਾ ਸਾਡੇ ਘਰ ਆਉਣ ਦਾ ਸੱਦਾ ਵੀ ਪ੍ਰਵਾਨ ਕਰ ਲਿਆ। ਮੇਰੀ ਘਰਵਾਲੀ ਬੜੀ ਖੁਸ਼ ਸੀ। ਉਹ ਹੁਣ ਉਸ ਦੇ ਬਾਰੇ ਵਧੇਰੇ ਜਾਣ ਸਕੇਗੀ। ਸਾਡੇ ਪੁੱਤਰ ਨਹੀਂ ਸੀ, ਦੋਵੇਂ ਧੀਆਂ ਤੀਜੀ ਤੇ ਪੰਜਵੀਂ ਵਿੱਚ ਪੜ੍ਹਦੀਆਂ ਸਨ। ਮੇਰੀ ਘਰਵਾਲੀ ਆਪਣੀਆਂ ਧੀਆਂ ਦਾ ਭਵਿੱਖ ਮਿਸ ਸੌਫਟ ਨਾਲ ਮੇਲਦੀ ਰਹਿੰਦੀ। ਉਸਨੂੰ ਕੀ ਸੁੱਖ ਸਨ ਤੇ ਕੀ ਦੁੱਖ ਸਨ। ਮੇਰੀ ਘਰਵਾਲੀ ਆਪ ਤਾਂ ਇੰਨੀ ਪੜ੍ਹੀ ਹੋਈ ਨਹੀਂ ਸੀ ਕਿ ਨੌਕਰੀ ਕਰ ਸਕਦੀ, ਪਰ ਧੀਆਂ ਨੂੰ ਪੜ੍ਹਾ ਕੇ ਇਹਨਾਂ ਸੁੱਖਾਂ ਦੁੱਖਾਂ ਵਿੱਚੋਂ ਜ਼ਰੂਰ ਲੰਘਾਉਣਾ ਚਾਹੁੰਦੀ ਸੀ। ਅਨਪੜ੍ਹ ਬੰਦਾ ਤਾਂ ਨਿਰਾ ਢੋਰ ਹੁੰਦਾ ਹੈ, ਉਸਨੂੰ ਜ਼ਮਾਨੇ ਦੀ ਸੋਝ ਨਹੀਂ ਆ ਸਕਦੀ। ਮੇਰੀ ਘਰਵਾਲੀ ਏਦਾਂ ਦੀਆਂ ਸੋਚਾਂ ਸੋਚਦੀ ਰਾਤ ਨੂੰ ਰੇਡੀਓ ਉੱਤੇ ਦੇਸ਼ ਦੀ ਇਸਤਰੀ ਪ੍ਰਧਾਨ ਮੰਤਰੀ ਦੇ ਫੈਸਲੇ ਸੁਣ ਕੇ ਇਹੀਓ ਸੁਪਨੇ ਲੈਂਦੀ ਸੌਂ ਜਾਂਦੀ। ਮਿਸ ਸੌਫਟ ਸਾਡੇ ਘਰ ਆਈ ਤਾਂ ਮੇਰੀ ਘਰਵਾਲੀ ਨੇ ਸਹਿਜੇ ਸਹਿਜੇ ਹੀ ਕਈ ਗੱਲਾਂ ਪੁੱਛੀਆਂ। ਪਤਾ ਲੱਗਾ ਕਿ ਉਸਦੇ ਦੋ ਭਰਾ ਸਨ, ਇੱਕ ਮੇਜਰ ਤੇ ਇੱਕ ਇੰਜੀਨੀਅਰ। ਉਸਦਾ ਸੂਬੇਦਾਰ ਪਿਤਾ ਦੂਜੀ ਲੜਾਈ ਵਿੱਚ ਮਰ ਗਿਆ ਸੀ। ਉਹ ਸਭ ਤੋਂ ਵੱਡੀ ਸੀ। ਉਸਦੀ ਮਾਂ ਨੇ ਉਸਨੂੰ ਪੜ੍ਹਾਇਆ ਤੇ ਉਸਨੇ ਆਪਣੇ ਭਰਾਵਾਂ ਨੂੰ ਹੁਣ ਉਸ ਦੇ ਭਰਾ ਵਿਆਹੇ ਬਰੇ ਸਨ ਤੇ ਪਿੰਡ ਉਸ ਦੀ ਮਾਂ ਇਕੱਲੀ ਸੀ ਜਿਸ ਨੂੰ ਉਹ ਆਪਣੇ ਕੋਲ ਲਿਆਉਣ ਵਾਲੀ ਸੀ। ਸਾਡੀ ਵਡੇਰੀ ਉਮਰ ਦੀ ਆਇਆ ਨੂੰ ਮਿਸ ਸੌਫਟ ਉੱਤੇ ਬੜਾ ਤਰਸ ਆਉਂਦਾ। ਉਸਦਾ ਜੀ ਕਰਦਾ ਸੀ ਕਿ ਇਸ ਨੂੰ ਕੋਈ ਭਲਾ ਜਿਹਾ ਮੁੰਡਾ ਲੱਭ ਜਾਵੇ ਤੇ ਇਹ ਵੀ ਲੋਕਾਂ ਵਾਂਗ ਘਰ ਬਸਾ ਕੇ ਬੈਠੇ। ਇਕੱਲੀ ਜਾਨ ਦਾ ਕੀ ਹੁੰਦਾ ਹੈ, ਨਾ ਕੋਈ ਦੁੱਖ ਦਾ ਸਾਥੀ ਤੇ ਨਾ ਸੁੱਖ ਦਾ। ਮੈਂ ਤਾਂ 2 ਦਿਨ ਘਰ ਵਿੱਚ ਇਕੱਲੀ ਰਹਿ ਜਾਵਾਂ ਤਾਂ ਮੈਨੂੰ ਘਰ ਵੱਢ ਖਾਣ ਨੂੰ ਪੈਂਦਾ ਹੈ। ਉਹ ਮੇਰੀ ਘਰਵਾਲੀ ਨਾਲ ਗੱਲਾਂ ਕਰਦੀ ਤੇ ਮੇਰੀ ਘਰਵਾਲੀ ਦਾ ਜੀ ਹੁੰਗਾਰਾ ਭਰਨ ਨੂੰ ਕਰਦਾ, ਪਰ ਉਹ
ਹੂੰ ਹਾਂ ਕਰਕੇ ਚੁੱਪ ਕਰ ਜਾਂਦੀ। ਇਕੱਲੀ ਸੀ ਤਾਂ ਕੀ ਸੀ, ਆਪਣੇ ਤਨ ਮਨ ਦੀ ਮਾਲਕ ਸੀ। ਜੋ ਜੀ ਆਉਂਦਾ ਕਰਦੀ ਸੀ, ਜੋ ਮਨ ਆਉਂਦਾ ਪੈਂਦੀ ਸੀ। ਕੱਲ ਨੂੰ ਸਾਡੀਆਂ ਧੀਆਂ ਨੇ ਵੀ ਇਸ ਤਰ੍ਹਾਂ ਕਰਨਾ ਸੀ। ਇਹ ਸੋਚ ਕੇ ਮੇਰੀ ਘਰਵਾਲੀ ਨੂੰ ਖੁਸ਼ੀ ਵੀ ਹੁੰਦੀ ਤੇ ਦੁੱਖ ਵੀ। ਪਰ ਮਿਸ ਸੌਫਟ ਦੀ ਕਲਤਾ ਦਾ ਖਿਆਲ ਕਰਕੇ ਉਹ ਮੁੜ ਚੁੱਪ ਹੋ ਜਾਂਦੀ, ਚੁੱਪ ਰਹਿੰਦੀ। ਕੋਈ ਆਪਣੇ ਤੋਂ ਛੋਟਾ ਹੋਵੇ, ਕੋਈ ਵੱਡਾ ਤੇ ਕੋਈ ਹਾਣਦਾ, ਬੰਦੇ ਬੰਦੇ ਦੀਆਂ ਬਾਹਾਂ ਹੁੰਦੇ ਨੇ ਤੇ ਬਾਹਾਂ ਬਿਨਾਂ ਕਾਹਦਾ ਜੀਵਨ। ਮੇਰੀ ਘਰਵਾਲੀ ਨਿਰਾਸ਼ ਜਿਹੀ ਹੋ ਜਾਂਦੀ। ਉਹ ਇਹ ਗੱਲ ਮਿਸ ਸੌਫਟ ਨਾਲ ਕਰਨਾ ਚਾਹੁੰਦੀ, ਪਰ ਉਸਦਾ ਹੌਸਲਾ ਨਾ ਪੈਂਦਾ। ਬੇਟਾ ਆਵਾਜ਼ ਕਲੀਅਰ ਆ ਰਹੀ ਹੈ ਸਭ ਨੂੰ? ਹਾਂਜੀ। ਜਸ਼ਨਪ੍ਰੀਤ, ਖੁਸ਼ਪ੍ਰੀਤ, ਜਸਪ੍ਰੀਤ, ਖੁਸ਼ਪ੍ਰੀਤ ਥੰਬਸ ਅਪ ਕਰ दो बेटा जी आवाज आ रही है सही। ओके बेटा, थैंक यू। इंटरेस्टिंग है ना स्टोरी? हाँ जी। ਮੇਰੀ ਘਰ ਵਾਲੀ ਨਿਰਾਸ਼ ਜਿਹੀ ਹੋ ਜਾਂਦੀ। ਉਹ ਇਹ ਗੱਲ ਮਿਸ ਸੌਫਟ ਨਾਲ ਕਰਨਾ ਚਾਹੁੰਦੀ, ਪਰ ਉਸਦਾ ਹੌਸਲਾ ਨਾ ਪੈਂਦਾ। ਮਿਸ ਸੌਫਟ ਇਹਦਾ ਕੋਈ ਹੱਲ ਕਿਉਂ ਨਹੀਂ ਸੀ ਲੱਭ ਸਕਦੀ? ਮੇਰੀ ਘਰਵਾਲੀ ਦੇ ਬੱਚਿਆਂ ਦਾ ਭਵਿੱਖ ਇਸ ਗੱਲ ਨਾਲ ਬੱਧਾ ਹੋਇਆ ਸੀ। ਇਨ੍ਹਾਂ ਦਿਨਾਂ ਵਿੱਚ ਹੀ ਸਾਡੀ ਆਇਆ ਦਾ ਭਣੇਵਾ ਮਿਸ ਸੌਫਟ ਦਾ 200 ਰੁਪਇਆ ਲੈ ਕੇ ਭੱਜ ਗਿਆ। ਉਸ ਨੇ ਟੈਲੀਫੋਨ ਦਾ ਬਿੱਲ ਜਮ੍ਹਾਂ ਕਰਾਉਣ ਲਈ ਭੇਜਿਆ ਸੀ। ਉਹ ਵਾਪਸ ਮੁੜ ਕੇ ਹੀ ਨਹੀਂ ਸੀ ਆਇਆ। ਮਿਸ ਸੌਫਟ ਉਸ ਦਿਨ ਉਡੀਕਦੀ ਰਹੀ, ਉਸ ਤੋਂ ਅਗਲੇ ਦਿਨ ਵੀ। ਅੰਤ ਤੀਜੇ ਦਿਨ ਸਵੇਰੇ ਉਹ ਸਾਡੇ ਕੋਲ ਘਰ ਆਈ। ਸਾਡੀ ਆਇਆ ਦੂਸ਼ਣ ਸੁਣਦਿਆਂ ਸਾਰ ਲੋਹੀ ਲਾਖੀ ਹੋ ਗਈ। ਕਿਸੇ ਗੱਲੋਂ ਝਿੜਕਿਆ ਹੋਵੇਗਾ ਜਵਾਕ, ਸ਼ਹਿਰ ਛੱਡ ਕੇ ਪਤਾ ਨਹੀਂ ਕਿੱਥੇ ਭੱਜ ਗਿਆ। ਸਾਨੂੰ ਤਾਂ ਆਪ ਹੀ ਹੁਣ ਪਤਾ ਲੱਗਾ ਹੈ ਤੇ ਪਰੇਸ਼ਾਨ ਹਾਂ। ਕਸੂਰ ਆਪਣਾ ਤੇ ਦੋਸ਼ ਲਾਉਂਦੀ ਹੈ ਜਵਾਕ ਤੇ। ਸਾਡੀ ਆਇਆ ਨੇ 2 ਵਾਕਾਂ ਵਿੱਚ ਹੀ ਮਿਸ ਸੌਫਟ ਨੂੰ ਚੁੱਪ ਕਰਾ ਦਿੱਤਾ। ਉਹ ਆਪਣੇ ਘਰ ਨੂੰ ਪਰਤ ਗਈ। ਅੱਜ ਪਹਿਲੀ ਵਾਰ ਉਸਦੇ ਬੁੱਲ੍ਹਾਂ ਤੇ ਮੁਸਕਾਨ ਨਹੀਂ ਸੀ। ਅੱਜ ਪਹਿਲੀ ਵਾਰ ਉਸਦੇ ਬੁੱਲ੍ਹਾਂ ਤੇ ਮੁਸਕਾਨ ਨਹੀਂ ਸੀ ਰਹੀ। ਮੇਰੀ ਘਰਵਾਲੀ ਦੂਰ ਸਮੁੰਦਰ ਵਿੱਚ ਦਿਸਦੇ ਵੱਲ ਤੱਕਣ ਲੱਗ ਪਈ। ਮਿਸ ਸੌਫਟ ਵੀ ਚਲੀ ਗਈ ਤੇ ਆਇਆ ਵੀ। ਸਾਡੇ ਘਰ ਵਿੱਚ ਇਸ ਤਰ੍ਹਾਂ ਚੁੱਪ ਵਰਤ ਗਈ ਜਿਵੇਂ ਸਾਡੇ ਘਰ ਚੋਰੀ ਹੋ ਗਈ ਹੋਵੇ। ਵੇਖ ਲਵਾਂਗੇ ਕੀ ਕਰਦੀ ਹੈ। ਥੱਲੇ ਤੁਰੀ ਜਾਂਦੀ ਆਇਆ ਦੇ ਵਾਕ ਮੇਰੇ ਕੰਨੀ ਪਏ। ਮਿਸ ਸੌਫਟ ਕਿੰਨੀ ਨੀ ਆਸਰਾ ਸੀ ਤੇ ਆਇਆ ਕਿੰਨੇ ਆਸਰੇ ਵਾਲੀ। ਸਾਡੇ ਘਰੋਂ ਤੁਰਨ ਲੱਗੀ ਮਿਸ ਦਾ ਚਿਹਰਾ ਹਾਲੀ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਇੰਨਾ ਤਾਂ ਉਸਦਾ ਚਿਹਰਾ ਉਸ ਦਿਨ ਵੀ ਨਹੀਂ ਸੀ ਉਤਰਿਆ ਜਦੋਂ ਅੱਧੀ ਰਾਤ ਸੌਣ ਤੋਂ ਪਹਿਲਾਂ ਕੂੜੇ ਵਾਲੀ ਟੋਕਰੀ ਬਾਹਰ ਰੱਖਣ ਲੱਗਿਆਂ ਉਸਦੇ ਕਮਰੇ ਦਾ ਆਟੋਮੈਟਿਕ ਜਿੰਦਰਾ ਬੰਦ ਹੋ ਗਿਆ ਸੀ। ਉਹ ਪੇਟੀਕੋਟ ਤੇ ਬਲਾਊਜ਼ ਪਹਿਨੀ ਬਾਹਰ ਖਲੋਤੀ ਰਹਿ ਗਈ ਸੀ। ਉਸ ਦਿਨ ਅੱਧੀ ਰਾਤ ਗਈ 2 ਮੰਜ਼ਿਲਾਂ ਦੀਆਂ ਪੌੜੀਆਂ ਪੇਟੀਕੋਟ ਤੇ ਬਲਾਊਜ਼ ਪਹਿਨੇ ਉਤਰ ਕੇ ਜਦੋਂ ਉਸਨੇ ਸਾਡੇ ਘਰੋਂ ਸਾੜੀ ਮੰਗਣ ਲਈ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ੇ ਉੱਤੇ ਮੈਨੂੰ ਤੱਕ ਕੇ ਉਸਦੇ ਚਿਹਰੇ ਉੱਤੇ ਸਦਾ ਵਾਲਾ ਨੂਰ ਨਹੀਂ ਸੀ ਰਿਹਾ। ਉਹ ਨੂਰ ਮੇਰੀ ਘਰਵਾਲੀ ਦੀ ਸਾੜੀ ਪਹਿਨ ਕੇ ਚੌਕੀਦਾਰ ਕੋਲੋਂ ਦੂਜੀ ਚਾਬੀ ਮੰਗ ਲਿਆਉਣ ਤੇ ਵੀ ਨਹੀਂ ਸੀ ਪਰਤਿਆ। ਪਰ ਅੱਜ ਦੀ ਤੇ ਉਸ ਦਿਨ ਦੀ ਗੱਲ ਵਿੱਚ ਇੱਕ ਪੂਰੇ ਯੁੱਗ ਦਾ ਫਰਕ ਸੀ। ਉਸ ਦਿਨ ਉਸਦੀ ਮੁਸਕਾਨ ਦੀ ਅਣਹੋਂਦ ਸ਼ਰਮ ਨਾਲ ਭੁੱਲ ਕੇ ਹੁਸੀਨ ਹੋ ਗਈ ਸੀ ਤੇ ਅੱਜ ਮੁਰਦਾ ਲਾਸ਼। ਅਸੀਂ ਕਰਨਾ ਚਾਹੁੰਦੇ ਹੋਏ ਵੀ ਕੁਝ ਨਹੀਂ ਸਾਂ ਕਰ ਸਕਦੇ। ਆਇਆ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਪੈਸੇ ਉਸ ਦੇ ਭਣੇਵੇਂ ਨੇ ਰੱਖ ਲਏ ਸਨ। ਇਸ ਕੰਮ ਵਿੱਚ ਉਸਨੂੰ ਆਇਆ ਦੀ ਸ਼ਹਿ ਵੀ ਸੀ। ਪਰ ਅਸੀਂ ਮਿਸ ਦੀ ਮਦਦ ਕਰਦੇ ਤਾਂ ਆਇਆ ਤੋਂ ਬੁਰੇ ਪੈਂਦੇ ਸੀ। ਉਹ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਦੇ ਦਿਨ ਤੋਂ ਸਾਡੇ ਕੋਲ ਬੱਚਿਆਂ ਦੀ ਮਾਂ ਬਣ ਕੇ ਰਹਿੰਦੀ ਸੀ।
ਉਂਝ ਵੀ ਇਸ ਗੱਲ ਬਾਰੇ ਉਹ ਪੈਰਾਂ ਉੱਤੇ ਪਾਣੀ ਨਹੀਂ ਸੀ ਪੈਣ ਦਿੰਦੀ। ਹੋ ਸਕਦਾ ਪਹਿਲਾਂ ਆਇਆ ਦੀ ਮਰਜ਼ੀ ਪੈਸੇ ਦੱਬ ਜਾਣ ਦੀ ਨਾ ਹੀ ਹੋਵੇ, ਪਰ ਮੁੰਡੇ ਦੀ ਜਿੱਦ ਅੱਗੇ ਲਾਚਾਰ ਹੋ ਗਈ ਹੋਵੇ। ਇਸ ਵੇਲੇ ਆਇਆ ਚੰਡੀ ਦਾ ਰੂਪ ਧਾਰੀ ਫਿਰਦੀ ਸੀ। ਉਸਨੇ ਪੈਸੇ ਨਾ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ, ਸ਼ਾਇਦ ਇਸ ਲਈ ਕਿ ਮਿਸ ਸੌਫਟ ਕਰ ਵੀ ਕੀ ਸਕਦੀ ਸੀ। ਉਂਝ ਵੀ 200 ਰੁਪਏ ਉਸ ਲਈ ਕੋਈ ਐਡੀ ਵੱਡੀ ਰਕਮ ਨਹੀਂ ਸੀ ਕਿ ਦੁਨੀਆ ਭਰ ਵਿੱਚ ਇਸਦਾ ਰੌਲਾ ਪਾਉਂਦੀ ਫਿਰਦੀ। ਸਾਡੇ ਘਰ ਗੱਲ ਕਰਕੇ ਹੀ ਉਸਨੇ ਵੇਖ ਲਿਆ ਸੀ ਉਸਦੀ ਕਿੰਨੀ ਬੇਇੱਜ਼ਤੀ ਹੋਈ ਸੀ ਤੇ ਅਸੀਂ ਕੁਝ ਨਹੀਂ ਸਾਂ ਕਰ ਸਕੇ। ਮੇਰੀ ਘਰਵਾਲੀ ਹੋਰ ਵੀ ਪਰੇਸ਼ਾਨ ਸੀ। ਉਸਦੀਆਂ ਧੀਆਂ ਦਾ ਭਵਿੱਖ ਇਸ ਗੱਲ ਨਾਲ ਵੀ ਬੱਧਾ ਹੋਇਆ ਸੀ। ਇਹ ਠੀਕ ਹੈ ਕਿ ਪੜ੍ਹ ਲਿਖ ਕੇ ਨੌਕਰੀ ਕਰਨ ਵਾਲੀਆਂ ਕੁੜੀਆਂ ਸਭ ਕੁਆਰੀਆਂ ਨਹੀਂ ਸੀ ਰਹਿੰਦੀਆਂ, ਪਰ ਸਨ ਜ਼ਰੂਰ। ਇਸ ਤੋਂ ਕੋਈ ਮੁਨਕਰ ਨਹੀਂ ਸੀ ਹੋ ਸਕਦਾ, ਤੇ ਰੱਬ ਦੇ ਘਰ ਦਾ ਕੀ ਪਤਾ ਕਿਸ ਦਾ ਗੁਣਾ ਕਿੱਧਰ ਪੈਂਦਾ। ਕਈ ਦਿਨ ਨਾ ਹੀ ਮਿਸ ਸੌਫਟ ਸਾਡੇ ਘਰ ਆਈ ਤੇ ਨਾ ਹੀ ਅਸੀਂ ਉਸਦੇ ਘਰ ਗਏ। ਸਾਡੇ ਬੱਚੇ ਖਬਰ ਲਿਆਉਂਦੇ ਸਨ ਕਿ ਉਹ ਪਹਿਲਾਂ ਵਾਂਗ ਹੀ ਖੁਸ਼ ਸੀ, ਪਰ ਫਿਰ ਵੀ ਉਸਨੂੰ ਮਿਲਣ ਦਾ ਹੌਸਲਾ ਨਹੀਂ ਸੀ ਪੈਂਦਾ। ਅਸੀਂ ਇਸ ਗੱਲ ਦੀ ਗੌਰ ਨਹੀਂ ਸੀ ਕੀਤੀ ਕਿ ਉਹ ਕਿਸ ਵੇਲੇ ਦਫ਼ਤਰ ਜਾਂਦੀ ਤੇ ਕਦੋਂ ਪਰਤਦੀ। ਜੇ ਸਾਡੀਆਂ ਧੀਆਂ ਦਾ ਭਵਿੱਖ ਹੀ ਪੂਰਨ ਤੌਰ ਤੇ ਉਜੜਾ ਨਹੀਂ ਸੀ ਤਾਂ ਮਿਸ ਸੌਫਟ ਨੂੰ ਤੱਕਣ ਵਿੱਚ ਕੀ ਪਿਆ ਸੀ। ਮੇਰੀ ਘਰਵਾਲੀ ਦੇ ਚੁੱਪ ਕਰ ਜਾਣ ਦਾ ਕਾਰਨ ਮੈਨੂੰ ਇਸ ਤੋਂ ਸਿਵਾ ਹੋਰ ਕੋਈ ਨਹੀਂ ਸੀ ਜਾਪਦਾ। ਉਹ ਤਾਂ ਮੇਰੇ ਨਾਲ ਵੀ ਨਹੀਂ ਸੀ ਬੋਲਦੀ, ਜਿਵੇਂ ਉਸਦੇ ਪੈਸੇ ਵਾਪਸ ਪਰਤਾਣ ਵਿੱਚ ਉਸਦੀ ਲੋੜੀਂਦੀ ਸਹਾਇਤਾ ਨਾ ਕਰਕੇ ਮੈਂ ਆਪਣੀ ਘਰਵਾਲੀ ਦੀਆਂ ਧੀਆਂ ਦੇ ਭਵਿੱਖ ਦਾ ਧਿਆਨ ਨਹੀਂ ਦਿੱਤਾ। ਉਧਰ ਮਿਸ ਸੌਫਟ ਵੀ ਚੁੱਪ ਕਰ ਗਈ ਸੀ। ਆਇਆ ਸੱਚੀ ਹੋ ਗਈ ਸੀ। ਉਸਦੇ ਘਰ ਵਾਲਾ ਕਿਸੇ ਮੰਤਰੀ ਦੀ ਕਾਰ ਚਲਾਉਂਦਾ ਸੀ। ਉਹ ਮਿਸ ਸੌਫਟ ਨੂੰ ਜਾਂ ਮੇਰੀ ਘਰਵਾਲੀ ਨੂੰ ਕੀ ਸਮਝਦੀ ਸੀ। ਬਿਨ ਬਾਹੇ ਜਾਂ ਕਮਜ਼ੋਰ ਬਾਹਾਂ ਵਾਲੇ ਬੰਦੇ ਨੂੰ ਕੌਣ ਪੁੱਛਦਾ ਹੈ। ਮੇਰੀ ਘਰਵਾਲੀ ਏਦਾਂ ਦੀਆਂ ਸੋਚਾਂ ਸੋਚਦੀ ਬੜੀ ਉਦਾਸ ਰਹਿੰਦੀ। ਇੱਕ ਦਿਨ ਆਇਆ ਥੱਲਿਓਂ ਹੀ ਬੁੜਬੁੜ ਕਰਦੀ ਆਈ, ਰੰਡੀਆਂ ਵਾਲੇ ਕੰਮ ਨੇ ਅੱਜ ਕੱਲ ਦੀਆਂ ਕੁੜੀਆਂ ਦੇ। ਰੰਡੀਆਂ ਦੇ ਇੰਨੇ ਜ਼ਾਰ ਹੁੰਦੇ ਨੇ ਕਿ ਜਿੰਨੇ ਇਹ ਲਈ ਬੈਠੀਆਂ ਨੇ। ਆਇਆ ਦੀ ਆਵਾਜ਼ ਹਾਰੀ ਹੋਈ ਸੀ। ਪਤਾ ਲੱਗਿਆ ਕਿ ਮਿਸ ਸੌਫਟ ਨੂੰ ਇੱਕ ਦਿਨ ਮਹਾਤਮਾ ਗਾਂਧੀ ਰੋਡ ਉੱਤੇ ਖਰੀਦਦਾਰੀ ਕਰਦਿਆਂ ਉਸਦਾ ਅਮਰੀਕਾ ਵਿੱਚ ਪੜ੍ਹਨ ਦੇ ਦਿਨਾਂ ਦਾ ਜਮਾਤੀ ਨਰਿੰਦਰ ਪਾਟਿਲ ਮਿਲ ਗਿਆ, ਜਿਸਦਾ ਸਾਲਾ ਕੋਲਾਬਾ ਥਾਣੇ ਵਿੱਚ ਡੀਐਸਪੀ ਲੱਗਿਆ ਹੋਇਆ ਸੀ। ਗੱਲਾਂ ਕਰਦਿਆਂ ਉਹ ਆਇਆ ਦੇ ਭਣੇਵੇਂ ਦੀ ਕਰਤੂਤ ਵੀ ਦੱਸ ਬੈਠੀ। ਉਸੇ ਰਾਤ ਜਦੋਂ ਮਿਸ ਸੌਫਟ ਰਾਤ ਦਾ ਸ਼ੋਅ ਵੇਖ ਕੇ ਆਪਣੇ ਫਲੈਟ ਉੱਤੇ ਪਹੁੰਚੀ ਤਾਂ ਸਾਡੀ ਆਇਆ ਦਾ ਘਰ ਵਾਲਾ ਮੰਤਰੀ ਦਾ ਡਰਾਈਵਰ 200 ਰੁਪਏ ਹੱਥ ਵਿੱਚ ਪਕੜੀ ਉਸਦਾ ਇੰਤਜ਼ਾਰ ਕਰ ਰਿਹਾ ਸੀ। ਸੋ ਬੇਟਾ ਇਹ ਸੀਗੀ ਸਟੋਰੀ। ਨਰਿੰਦਰ ਪਾਟਿਲ ਦੀ ਇੱਕੋ ਧਮਕੀ ਨਾਲ ਆਇਆ ਦਾ ਘਰ ਵਾਲਾ ਸਿੱਧਾ ਹੋ ਗਿਆ ਸੀ। ਮੇਰੀ ਘਰਵਾਲੀ ਨੇ ਤੱਕਿਆ ਕਿ ਹਾਰੀ ਹੋਈ ਆਇਆ ਨੂੰ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਦਿਆਂ ਬੁਰਾ ਲੱਗ ਗਿਆ। ਵਿਦਿਆ ਕਾਰਨ ਮਿਸ ਸੌਫਟ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ, ਇਸੇ ਕਾਰਨ ਉਸਦੀਆਂ ਬਾਹਾਂ ਅਨੇਕ ਤੇ ਸ਼ਕਤੀਸ਼ਾਲੀ ਸਨ। ਮੇਰੀ ਘਰਵਾਲੀ ਨੂੰ ਜਾਪਿਆ ਜਿਵੇਂ ਮਿਸ ਸੌਫਟ ਅਨੇਕਾਂ ਭੁਜਾਂ ਵਾਲੀ ਦੁਰਗਾ ਹੋਵੇ, ਜਿਹੜੀ ਪੈਰਾਂ ਹੇਠਾਂ ਸੱਪ ਲੈ ਕੇ ਵੀ ਨਿਸ਼ਚਿੰਤ ਰਹਿੰਦੀ ਹੈ। ਉੱਠੋ ਬੇਬੀ, ਤਿਆਰ ਹੋਵੋ, ਨਾਸ਼ਤਾ ਕਰੋ, ਸਕੂਲ ਦਾ ਸਮਾਂ ਹੋ ਗਿਆ। ਮੇਰੀ ਘਰਵਾਲੀ ਨੇ ਆਪਣੀਆਂ ਧੀਆਂ ਨੂੰ ਲਾਡ ਨਾਲ ਹਲੂਣ ਕੇ ਜਗਾਇਆ। ਸੋ ਬੇਟਾ ਬਹੁਤ ਹੀ ਵਧੀਆ ਸਟੋਰੀ ਹੈ। ਤੇ ਕਹਿੰਦੇ ਕੀ ਹੈ, ਗੁਲਜ਼ਾਰ ਸਿੰਘ ਸੰਧੂ ਦੀ ਮਿਸ ਸੌਫਟ ਜੋਗੇ ਯੁੱਗ ਦੀ ਪੜ੍ਹੀ ਲਿਖੀ ਔਰਤ ਦੀ ਤਾਕਤ ਨੂੰ ਦਰਸਾਉਂਦੀ ਹੋਈ ਕਹਾਣੀ ਹੈ ਕਿ ਲੋਕ ਉਹਦੇ ਬਾਰੇ ਕੁਝ ਵੀ ਕਹਿੰਦੇ ਨੇ। ਜਦੋਂ ਇੱਕ ਔਰਤ ਪੜ੍ਹੀ ਲਿਖੀ ਹੁੰਦੀ ਹੈ, ਸਮਝਦਾਰ ਹੁੰਦੀ ਹੈ, ਪੜ੍ਹਨ ਲਿਖਣ ਦਾ ਮਤਲਬ ਇਹ ਨਹੀਂ ਹੁੰਦਾ ਬੇਟਾ ਕਿ ਸਿਰਫ ਡਿਗਰੀਆਂ ਹਾਸਲ ਕਰ ਲਈਆਂ, ਤਾਂ ਤੁਹਾਨੂੰ ਕੋਈ ਖੜਨ ਬੈਠਣ ਬੋਲਣ ਦੀ ਕੋਈ ਸਮਝ ਹੋਣੀ ਚਾਹੀਦੀ ਹੈ। ਠੀਕ ਹੈ, ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਕਿਵੇਂ ਬਿਹੇਵ ਕਰ ਸਕਦੇ ਹੋ। ਜਿਵੇਂ ਹੁਣ ਮਿਸ ਸੌਫਟ ਕੀ ਉੱਥੇ ਉਹ ਜਿਹੜੀ ਆਇਆ ਸੀਗੀ ਉਹਦੇ ਨਾਲ ਲੜਾਈ ਵੀ ਕਰ ਸਕਦੀ ਸੀ, ਹਨਾ, ਤੇ ਰੌਲਾ ਪਾ ਸਕਦੀ ਸੀ ਉੱਥੇ। ਅਨਮਿਊਟ ਕਰਿਓ ਬੇਟਾ ਆਪਣੇ ਆਪ ਨੂੰ।
ਤਾਂ ਉਹਨੇ ਇੱਕ ਪੜ੍ਹੀ ਲਿਖੀ ਹੋਣ ਦਾ ਸਬੂਤ ਤੇ ਚੁੱਪ ਕਰ ਗਈ, ਠੀਕ ਹੈ। ਸੋ ਉੱਥੇ ਉਹ ਰੌਲਾ ਵੀ ਪਾ ਸਕਦੀ ਸੀ। ਖੁਸ਼ਪ੍ਰੀਤ ਆਵਾਜ਼ ਬਹੁਤ ਆ ਰਹੀ ਹੈ ਬੇਟਾ ਤੁਹਾਡੀ, ਤੁਸੀਂ ਮਿਊਟ ਕਰ ਦਿਓ। ਇਹ ਕਹਾਣੀ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਹੈ ਜੋ ਇਕੱਲੀ ਔਰਤ ਨੂੰ ਕਮਜ਼ੋਰ ਸਮਝ ਕੇ ਉਸਦਾ ਨਜਾਇਜ਼ ਫਾਇਦਾ ਉਠਾਉਣ ਦਾ ਯਤਨ ਕਰਦੇ ਹਨ ਅਤੇ ਅਸਫਲ ਹੋਣ ਤੇ ਉਸ ਵੱਲ ਨਕਾਰਾਤਮਕ ਰਵੱਈਆ ਅਪਣਾ ਲੈਂਦੇ ਹਨ। ਆਪਣੀਆਂ ਸਮੱਸਿਆਵਾਂ ਨੂੰ ਬੜੀ ਦਲੇਰੀ ਨਾਲ ਹੱਲ ਕਰਦਿਆਂ ਦੇਖ ਕੇ ਹੋਰ ਔਰਤਾਂ ਵੀ ਆਪਣੀ ਧੀਆਂ ਨੂੰ ਮਿਸ ਸੌਫਟ ਵਰਗਾ ਬਣਾਉਣ ਲਈ ਉਚੇਰੀ ਸਿੱਖਿਆ ਦੇਣ ਲਈ ਪ੍ਰੇਰਿਤ ਹੁੰਦੀਆਂ ਹਨ। ਸੋ ਬੇਟਾ ਅਗਰ ਤੁਸੀਂ ਕੁੜੀ ਹੋ, ਤੁਸੀਂ ਕੋਈ ਵਧੀਆ ਕੰਮ ਕਰਦੇ ਹੋ, ਪੜ੍ਹਦੇ ਹੋ, ਲਿਖਦੇ ਹੋ ਵਧੀਆ ਢੰਗ ਦੇ ਨਾਲ, ਇਹ ਨਹੀਂ ਹੈਗਾ ਕਿ ਟਾਈਮ ਪਾਸ, ਤੁਸੀਂ ਆਪਣੇ ਕਿਤਾਬਾਂ ਨਾਲ ਜੁੜੇ ਹੋਏ ਹੋ, ਕਿਤਾਬਾਂ ਤੋਂ ਸਿੱਖਦੇ ਹੋ ਬਹੁਤ ਕੁਛ, ਤਾਂ ਕੱਲ ਨੂੰ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚੋਗੇ, ਠੀਕ ਹੈ, ਕਿਸੇ ਜਗ੍ਹਾ ਤੇ ਕਿਸੇ ਉਹਦੇ ਆਪਣਾ ਕਰੀਅਰ ਦੇ ਵਿੱਚ ਕਿਤੇ ਪਹੁੰਚੋਗੇ ਤਾਂ 10 ਜਾਣੇ ਤੁਹਾਨੂੰ ਦੇਖਣਗੇ, ਖੁਸ਼ ਹੋਣਗੇ, ਤੁਹਾਡੀ ਪਰਸਨੈਲਿਟੀ ਨੂੰ ਪਿਆਰ ਕਰਨਗੇ, ਤੁਹਾਨੂੰ ਸਾਰੇ ਇੱਜ਼ਤ ਦੇਣਗੇ। ਸੋ ਪੜ੍ਹੀਆਂ ਲਿਖੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਕਿਰਦਾਰ ਬਾਰੇ ਦੱਸਦੀ ਹੈ ਕਿ ਉਹਨੇ ਕੋਈ ਰੌਲਾ ਨਹੀਂ ਪਾਇਆ ਉਸ ਔਰਤ ਦੇ ਨਾਲ, ਉਹਨੂੰ ਉਹ ਸਿਰਫ ਕਹਿਣ ਆਈ ਸੀ ਉਹਨੂੰ ਕਿ ਮੇਰੇ ਪੈਸੇ ਨਹੀਂ ਲੈ ਕੇ ਆਇਆ, ਜਦ ਕਿ ਉਹਨੇ ਉਹਦੇ ਤੇ ਤੌਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਜਿਹੜੇ ਲੋਕ ਲੂਜ਼ਰ ਹੁੰਦੇ ਨੇ ਨਾ, ਜਿਨ੍ਹਾਂ ਦੇ ਕੋਲ ਕੋਈ ਸੱਚੀ ਗੱਲ ਨਹੀਂ ਹੁੰਦੀ, ਉਹ ਸਿਰਫ ਤੌਹਮਤਾਂ ਲਗਾ ਸਕਦੇ ਨੇ। ਮਿਸ ਸੌਫਟ ਉੱਥੋਂ ਚੁੱਪਚਾਪ ਚਲੀ ਗਈ, ਨਾ ਉਹਨੇ ਕਿਸੇ ਨੂੰ ਕੁਛ ਕਿਹਾ ਨਾ, ਤੇ ਇਹ ਲੋਕਾਂ ਨੂੰ ਲੱਗਦਾ ਸੀ ਵੀ ਵਿਚਾਰੀ ਇਕੱਲੀ ਹੈ, ਹਨਾ, ਵੀ ਵਿਚਾਰੀ ਇਕੱਲੀ ਹੈ, ਵਿਚਾਰੀ ਕਹਿੰਦੇ ਸੀਗੇ ਉਹਨੂੰ, ਪਰ ਅਸਲ ਦੇ ਵਿੱਚ ਉਹ ਥੋੜੇ ਟਾਈਮ ਬਾਅਦ ਕੀ ਪਤਾ ਲੱਗਿਆ ਕਿ ਉਹਦੇ ਪੈਸੇ ਨੇ ਜਿਹੜੇ ਉਹਨੂੰ ਵਾਪਸ ਮਿਲ ਗਏ ਨੇ। ਕਿਵੇਂ ਮਿਲੇ ਉਹਦੇ ਪੈਸੇ ਵਾਪਸ? ਕਿਉਂਕਿ ਉਹਦੇ ਲਿੰਕ ਬਹੁਤ ਦੂਰ ਸੀਗੇ। ਜਦੋਂ ਬੇਟਾ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਪੜ੍ਹੇ ਲਿਖੇ ਹੋ ਜਾਂਦੇ ਹੋ, ਤੁਸੀਂ ਸਮਝਦਾਰ ਹੋ ਜਾਂਦੇ ਹੋ, ਤੁਸੀਂ 10 ਲੋਕਾਂ ਨੂੰ ਮਿਲਦੇ ਹੋ, ਤੁਸੀਂ ਉਹਨਾਂ ਨਾਲ ਆਪਣੇ ਵਧੀਆ ਸੰਬੰਧ ਬਣਾਉਣੇ ਹੋ, ਉਹਨਾਂ ਦੇ ਨਾਲ ਰਿਲੇਸ਼ਨ ਬਣਦੇ ਨੇ ਆਪਣੇ, ਤਾਂ ਲੋਕ ਅਗਰ ਆਪਾਂ ਵਧੀਆ ਬਣ ਕੇ ਰਹਾਂਗੇ ਸਾਰਿਆਂ ਨਾਲ, ਤਾਂ ਲੋਕ ਆਪਣੇ ਵਾਸਤੇ ਵੀ ਵਧੀਆ ਰਹਿਣਗੇ, ਤਾਂ ਆਪਾਂ ਇੱਕ ਦੂਜੇ ਦੇ ਕੰਮ ਆਵਾਂਗੇ। ਹੁਣ ਇਹ ਕਹਿ ਰਹੇ ਸੀ ਨਾ ਲੈਸਨ ਦੇ ਵਿੱਚ ਵੀ ਇੱਕ ਦੂਜੇ ਦੀਆਂ ਬਾਹਾਂ ਹੁੰਦੇ ਨੇ, ਪਰ ਇਹਨਾਂ ਨੇ ਆਪਣੀ ਮਜਬੂਰੀ ਕਰਕੇ ਵੀ ਸਾਡੇ ਬੱਚਿਆਂ ਨੂੰ ਸਾਂਭਦੀ ਆਇਆ ਵੀ ਅਸੀਂ ਕਿਉਂ ਕਹੀਏ ਵੀ ਇਹਨਾਂ ਤਾਂ ਐ ਸੀ ਵੀ ਸ਼ਾਇਦ ਸਾਡੇ ਤੇ ਹੀ ਆ ਗਈ ਸਾਰੀ ਗੱਲ, ਹਨਾ, ਪਰ ਏਦਾਂ ਦਾ ਕੁਝ ਨਹੀਂ ਸੀ। ਪਰ ਉਹ ਕੁੜੀ ਸੀਗੀ ਜਿਹੜੀ ਉਹਦੇ ਲਿੰਕ ਬਹੁਤ ਦੂਰ ਦੂਰ ਤੱਕ ਸੀ, ਤੇ ਉਹਨੇ ਆਪਣਾ ਜਿਹੜਾ ਸੀਗਾ ਪੈਸਾ ਉਹ ਵਾਪਸ ਮੰਗਵਾ ਲਿਆ। ਤੇ ਜਿਹੜੀ ਆਇਆ ਸੀ ਉਹ ਬਸ ਗਾਲਾਂ ਕੱਢਣ ਜੋਗੀ ਰਹਿ ਗਈ, ਉਹਨੇ ਪਹਿਲਾਂ ਵੀ ਗਾਲਾਂ ਹੀ ਕੱਢੀਆਂ ਸੀਗੀਆਂ ਤੇ ਬਾਅਦ ਚ ਵੀ ਗਾਲਾਂ ਹੀ ਕੱਢੀਆਂ। ਸੋ ਔਰਤ ਦਾ ਪੜ੍ਹਿਆ ਲਿਖਿਆ ਹੋਣਾ ਤੇ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਬੇਟਾ। ਇਕੱਲੀਆਂ ਡਿਗਰੀਆਂ ਸਰਟੀਫਿਕੇਟ ਇਕੱਠੇ ਕਰਨ ਨਾਲ ਪੜ੍ਹਿਆ ਲਿਖਿਆ ਨਹੀਂ ਕੋਈ ਬਣਦਾ ਹੁੰਦਾ, ਤੁਹਾਨੂੰ ਸਮੇਂ ਨੂੰ ਨਾਪਣ ਦੀ ਸਮਝ ਹੋਣੀ ਚਾਹੀਦੀ ਹੈ। ਜੇ ਇੱਕ ਦੂਸਰਾ ਬੰਦਾ ਰੌਲਾ ਪਾ ਰਿਹਾ, ਤੁਸੀਂ ਵੀ ਉਹਦੇ ਨਾਲ ਰੌਲਾ ਪਾਈ ਜਾ ਰਹੇ ਹੋ, ਤੁਹਾਡੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ। ਕੋਈ ਸਾਹਮਣੇ ਵਾਲਾ ਗੁੱਸਾ ਕਰ ਰਿਹਾ ਹੈ, ਠੀਕ ਹੈ, ਹੱਥ ਚੱਕਣ ਨੂੰ ਤਿਆਰ ਹੈ, ਤੁਸੀਂ ਉਹਦੇ ਨਾਲ ਓਨੀ ਬਰਾਬਰੀ ਕਰ ਰਹੇ ਹੋ, ਤਾਂ ਤੁਹਾਡੀ ਪੜ੍ਹਾਈ ਲਿਖਾਈ ਦਾ ਤਾਂ ਵੀ ਕੋਈ ਫਾਇਦਾ ਨਹੀਂ ਹੁੰਦਾ ਬੇਟਾ। ਸੋ